नमस्कार, ओम शांति। सतगुरु करता पुरख च अज फिर तुहाडा स्वागत करदी हां। गल कीती थी कर्म, ड्रामा ते सतयुग। अज फिर कुछ इदां प्रश्न आया जिदा हल देने वास्ते साडे निर्वेर भाई साहब है। हर वेला जिहड़े तुहाडे प्रश्न आंदे आ उहदा हल वो भाई साहब बिल्कुल सहजपूर्वक दिंदे आए। अज फिर उन्हां दा सतगुरु करता पुरख च असीं स्वागत करदे हां ते अपने प्रश्न पुछदे हां। सतगुरु करता पुरख च तुहाडा बहुत बहुत स्वागत है भाई साहब। धन्यवाद जी। ओम शांति। ओम सत शांति। श्री अकाल। सत श्री अकाल। हाँ जी। भाजी अज एक प्रश्न आया मैनू, वो बोलते कि किन्हीं दो व्यक्ति द्वारा सम्मान या जिहड़े समकक्ष पाप कर्म है वो विकर्म करने ते उन्होंने सम्मान दंड देना सही है या फिर छोटे बड़े नए पुराने अपने निकट या दूर जिहड़े है भेदभाव करना वो न्याय है। ਇਹੋ ਜਿਹੀਆਂ ਗੱਲਾਂ ਜਿਹੜੀਆਂ ਨਾ ਕੋਰਟ 'ਚ ਹੁੰਦੀਆਂ जी ओ ਔਰ ਕੋਰਟ ਵਿੱਚ ਜਿਹੜਾ ਜੱਜ ਹੁੰਦਾ ਹੈ ਉਹ ਆਪਣੇ ਹਿਸਾਬ ਨਾਲ ਜੋ ਉਹਨਾਂ ਨੂੰ ਠੀਕ ਲੱਗਦਾ ਹੈ जी ਉਹਦੇ ਅਨੁਸਾਰ ਉਹ ਜੱਜਮੈਂਟ ਦਿੰਦੇ ਆ। ਉਹਦੇ 'ਚ ਇਹ ਜ਼ਰੂਰ ਹੁੰਦਾ ਹੈ ਕਿ ਜਦੋਂ ਕੋਈ ਵੀ ਇਹੋ ਜਿਹਾ ਕੇਸ ਉਹਨਾਂ ਦੇ ਸਾਹਮਣੇ ਆਉਂਦਾ ਹੈ ਤੇ ਉਹਨਾਂ ਦੇ ਵਕੀਲ ਜਿਹੜੇ ਹੁੰਦੇ ਆ ਉਹ ਪਹਿਲੇ ਦੀ ਕੋਈ ਸੁਪਰੀਮ ਕੋਰਟ 'ਚ ਜਾਂ ਹਾਈ ਕੋਰਟ 'ਚ ਕੋਈ ਇਹੋ ਜਿਹੀ ਘਟਨਾ ਘਟੀ ਹੋਈ ਉਹਦਾ ਜਿਹੜਾ ਫੈਸਲਾ ਹੋਇਆ ਹੋਏ ਉਹਦਾ ਵਰਣਨ ਉਹ ਕਰਦੇ ਨੇ, ਉਹਦੀ ਮਿਸਾਲ ਦਿੰਦੇ ਨੇ जी ਉਹਦੇ ਬੇਸਿਸ 'ਤੇ ਫਿਰ ਜੱਜ ਉਹਨੂੰ ਕੰਸੀਡਰ ਕਰਦੇ ਆ। ਲੇਕਿਨ ਹੋ ਸਕਦਾ ਹੀ ਕਿ ਜੋ ਜੁਰਮ ਕੀਤਾ ਹੋਇਆ ਹੈ ਉਹ ਉਹੀ ਸਰਕਮਸਟੈਂਸਿਸ ਨਾ ਹੋਣ ਜਿਹਦੇ 'ਚ ਇਹ ਜੁਰਮ ਜਿਹੜਾ ਉਹ ਹੋਇਆ ਹੈ ਅਲੱਗ ਹੋ ਸਕਦੇ ਆ। ਇਸ ਕਰਕੇ ਜੱਜ ਦੇ ਉੱਪਰ ਹੈ ਸਾਰਾ। ਪਰ ਜੱਜ ਬੜੇ ਹੀ ਬੁੱਧੀਜੀਵੀ ਔਰ ਕੀ ਕਹੀਏ ਉਹਨਾਂ ਨੂੰ ਹਮੇਸ਼ਾ ਉਹਨਾਂ ਦੇ ਮਨ 'ਚ ਈਸ਼ਵਰ ਵੀ ਰਹਿੰਦਾ ਹੀ ਕਿ ਉਹਨਾਂ ਤੋਂ ਕੋਈ ਇਹੋ ਜਿਹੀ ਗਲਤ ਜੱਜਮੈਂਟ ਨਾ ਹੋ ਜਾਏ ਤੇ ਬੜਾ ਧਿਆਨ ਰੱਖਦੇ ਨੇ जी। ते ये शुभ भावना और शुभ कामना दा न्याय प्रक्रिया किद्दां करिए असीं? शुभ भावना ते ही अगे वास्ते नहीं करेगा कोई, लेकिन जो भी कीता ही कम कोई गलती कीती है तो ਉਹਦੀ ਸਜ਼ਾ ਤੇ ਉਹ ਭੋਗਣੀ ਪੈਗੀ ਨਾ। ਉਹਦਾ ਇੱਕ ਹੀ ਤਰੀਕਾ ਹੈ ਕਿ ਸਜ਼ਾ ਜਦੋਂ ਭੋਗਦੇ ਆ ਤੇ ਪ੍ਰਾਸ਼ਚਿਤ ਕਰਨਾ ਔਰ ਅੰਦਰੋਂ ਦਿਲੋਂ ਇਹ ਆਉਣਾ ਚਾਹੀਦਾ ਕਿ ਫਿਰ ਦੁਬਾਰਾ ਕਦੀ ਇਹੋ ਜਿਹਾ ਕੰਮ ਨਹੀਂ ਕਰਾਂਗੇ। ਜੇ ਜੇਲ੍ਹ ਦੇ ਅੰਦਰ ਬ੍ਰਹਮਾ ਕੁਮਾਰੀ ਭੈਣਾਂ ਜਾ ਕਰਕੇ ਕੈਦੀਆਂ ਨੂੰ ਗਿਆਨ ਦਿੰਦੀਆਂ ਹੀ ਸਮਝਾਉਂਦੀਆਂ ਹੀ ਔਰ ਉਹਦੇ 'ਚ ਉਹਨਾਂ ਦੇ ਦ੍ਰਿਸ਼ਟੀਕੋਣ 'ਚ ਤਬਦੀਲ ਹੋ ਜਾਂਦੇ ਆ। ਅੱਗੇ ਵਾਸਤੇ ਉਹ ਆਪਣੇ ਵਾਸਤੇ ਵਾਅਦਾ ਕਰਦੇ ਆਪਣੇ ਆਪ ਦੇ ਨਾਲ ਔਰ ਵਾਹਿਗੁਰੂ ਦੇ ਨਾਲ ਕਿ ਅਸੀਂ ਫਿਰ ਦੁਬਾਰਾ ਇਹੋ ਜਿਹਾ ਕੰਮ ਨਹੀਂ ਕਰਾਂਗੇ। ਉਸ ਕਰਕੇ ਫਿਰ ਉਹਨਾਂ ਨੂੰ ਜੋ ਸਜ਼ਾ ਹੈ ਉਹ ਸਜ਼ਾ ਦਾ ਦੁੱਖ ਘੱਟ ਫੀਲ ਹੋਏਗਾ, ਹਲਕੇ ਹੋ ਜਾਂਦੇ। ਜਿਸ ਤਰ੍ਹਾਂ ਕਿਸੇ ਨੂੰ ਪੇਟ 'ਚ ਥੋੜ੍ਹੀ ਚੱਕਰੀ ਚੱਲ ਰਹੀ ਹੋਏ ਤੇ ਉਲਟੀ ਹੋ ਜਾਏ ਤਾਂ ਉਲਟੀ ਤੋਂ ਬਾਅਦ ਦੇਖੋ ਤੇ ਉਹਨੂੰ ਥੋੜਾ ਸ਼ਾਂਤੀ ਤਾਂ ਹੋ ਜਾਂਦੀ। ਹਾਂਜੀ ਹਾਂਜੀ जी। ते कर्मातीत और विकर्माजीत स्थिति च अंतर क्या है? ਕਰਮਾਤੀਤ ਦਾ ਮਤਲਬ ਹੈ ਕਿ ਜੋ ਅਸੀਂ ਕਰਮ ਕਰਦੇ ਹਾਂ ਉਹ ਸ੍ਰੇਸ਼ਟ ਕਰਮ ਕਰਦੇ ਕਰਦੇ ਇਹੋ ਜਿਹੀ ਸਟੇਜ ਆ ਜਾਏ ਕਿ ਫਿਰ ਸਾਨੂੰ ਕੋਈ ਪੰਜ ਵਿਕਾਰਾਂ ਦੇ ਵਸ਼ ਕੋਈ ਕਰਮ ਨਾ ਹੋਏ ਸਾਡੇ ਕੋਲ। ਔਰ ਜੋ
ਪਹਿਲੇ ਹੋ ਚੁੱਕਿਆ ਹੀ, ਉਹਦਾ ਵੀ ਜਿਹੜਾ ਹਿਸਾਬ ਕਿਤਾਬ ਹੈ, ਉਹਦੇ ਜਿਹੜੇ ਦਾਗ ਹੈਗੇ ਆ ਉਹ ਸਾਰੇ ਧੁੱਲ ਜਾਣ, ਤਾਂ ਉਹਨੂੰ ਕਹਾਂਗੇ ਵੀ ਹੁਣ ਕਰਮਾਤੀਤ ਬਣ ਗਏ। ਅੱਛਾ, ਔਰ ਵਿਕਰਮਾਜੀਤ? ਵਿਕਰਮਾਜੀਤ ਦਾ ਮਤਲਬ ਉਹੀ ਹੋਇਆ ਨਾ, ਵਿਕਰਮਾ ਤੇ ਵਿਕਰਮਾ ਨੂੰ ਛੱਡ ਦੇਣਾ ਕਹਿ ਲਓ, ਜਾਂ ਉਹਨੂੰ ਉਹਦੇ ਉੱਪਰ ਜੀਤ ਪਾ ਲੈਣੀ, ਕੋਈ ਵਿਕਰਮ ਨਾ ਕਰੀਏ, ਉਹ ਵਿਕਰਮਾਜੀਤ। ਤੇ ਕਰਮਾਤੀਤ ਜਿਹੜਾ ਹੁੰਦਾ ਔਰ ਵਿਕਰਮਾਜੀਤ ਜਿਹੜੇ ਹੁੰਦੇ, ਵਿਕਰਮਾਜੀਤ ਮਤਲਬ 5 ਵਿਕਾਰ ਆ, ਤੇ 5 ਵਿਕਾਰ ਕਿਆ ਸਾਡੇ ਕਰਮਾਤੀਤ ਅਵਸਥਾ ਚ ਆਉਂਦੇ? ਕਰਮਾਤੀਤ ਅਵਸਥਾ ਬਾਅਦ ਚ ਆਉਂਦੀ ਹੈ, ਪਹਿਲੇ ਵਿਕਰਮਾਜੀਤ ਬਣਨਾ ਪੈਂਦਾ ਸੀ। अच्छा जी। क्या धर्मराज अपना कोई स्वतंत्र अस्तित्व है? धर्मराज ਦਾ ਬੋਲਦੇ ਮਤਲਬ ਉੱਪਰ ਜਾ ਕੇ ਧਰਮਰਾਜ ਸਾਡੀ। ਦੇਖੋ ਗੱਲ ਇਹ ਹੈ, ਹੁਣ ਅਸੀਂ ਸਾਰੀਆਂ ਗੱਲਾਂ ਤੇ ਅਸੀਂ ਵੀ ਨਹੀਂ ਜਾਣਦੇ ਜੋ ਸੱਚਾਈ ਹੈ ਜੀ। ਬਾਬਾ ਦੇ ਮਹਾਵਾਕਿਆਂ 'ਚ, ਮੁਰਲੀ 'ਚ ਅਸੀਂ ਸੁਣਦੇ ਹਾਂ, ਕਦੀ ਤੇ ਬਾਬਾ ਕਹਿੰਦੇ ਆ ਕਿ ਬੱਚੇ ਅਗਰ ਨਹੀਂ ਪੁਰਸ਼ਾਰਥ ਕਰਦੇ, ਆਪਣਾ ਪੁਰਾਣਾ ਹਿਸਾਬ ਕਿਤਾਬ ਨਹੀਂ ਅਗਰ ਚੁਕਤੂ ਕਰਦੇ, ਤੇ ਫਿਰ ਧਰਮਰਾਜਪੁਰੀ 'ਚ ਡੰਡੇ ਖਾਣੇ ਪੈਣਗੇ, ਬੇਇੱਜ਼ਤੀ ਹੋਏਗੀ, ਔਰ ਉਸ 'ਤੇ ਔਰ ਉਹਦਾ ਅੱਗੇ ਦਾ ਜਿਹੜਾ ਭਵਿਸ਼ ਦਾ ਪਦ ਹੈਗਾ ਉਹ ਵੀ ਫਿਰ ਨਹੀਂ ਮਿਲੇਗਾ, ਆਰਡੀਨਰੀ ਪਦ ਮਿਲੇਗਾ। ਤੇ ਇਹੋ ਜਿਹੀਆਂ ਗੱਲਾਂ ਬਾਬਾ ਕਰਮ ਦੇ ਫਲ ਦੀ ਸੁਣਾਉਂਦੇ ਨੇ। ਲੇਕਿਨ ਤੁਸੀਂ ਦੇਖੋ ਕਿ ਧਰਮਰਾਜਪੁਰੀ ਤੁਹਾਡੇ ਆਪਣੇ ਹੀ ਦਿਮਾਗ 'ਚ ਹੈਗੀ ਹੈ। ਜਦੋਂ ਕੋਈ ਗਲਤ ਕੰਮ ਹੁੰਦਾ ਹੈ ਕਿਸੇ ਕੋਲੋਂ ਵੀ, ਉਹਦਾ ਪ੍ਰਾਸ਼ਚਿਤ ਕੌਣ ਕਰਦਾ ਹੈ? ਜਿਹੜਾ ਜਿਸਨੇ ਕੋਈ ਕੀਤਾ ਹੋਏਗਾ, ਉਹਨੂੰ ਹੀ ਪਤਾ ਹੀ ਨਾ ਕਿ ਮੈਂ ਜੋ ਕੀਤਾ ਇਹ ਠੀਕ ਨਹੀਂ ਕੀਤਾ। ਤੇ ਮਨੁੱਖ ਆਤਮਾ ਦੀ ਬੁੱਧੀ ਜਿਹੜੀ ਹੈ, ਉਹਦੇ 'ਚ ਦੋਨੋਂ ਗੱਲਾਂ ਹੈਗੀਆਂ, ਅੱਛਾਈ ਵੀ ਹੈਗੀ ਹੈ ਔਰ ਬੁਰਾਈ ਦਾ ਕੀ ਸਰੂਪ ਹੈ ਉਹ ਵੀ ਉਹਨੂੰ ਪਤਾ ਹੀ। ਔਰ ਬੁਰਾਈ ਦੇ ਸਰੂਪ ਨੂੰ ਅਗਰ ਥੋੜ੍ਹਾ ਸਮਝ ਕਰਕੇ ਉਸ ਤੋਂ ਬਚਦੇ ਰਹੋ ਤੇ ਧਰਮਰਾਜਪੁਰੀ ਦੀ ਸਜ਼ਾ ਨਹੀਂ ਮਿਲਦੀ ਫਿਰ, ਔਰ ਨਹੀਂ ਤੇ ਧਰਮਰਾਜਪੁਰੀ ਦੀ ਸਜ਼ਾ ਮਿਲੇਗੀ। ਇਹਦਾ ਮਤਲਬ ਇਹੀ ਹੈ ਕਿ ਦੁੱਖ, ਆਤਮਾ ਨੂੰ ਦੁੱਖ ਫੀਲ ਹੁੰਦਾ ਹੈ। ਸਜ਼ਾ ਕਿਆ ਮਿਲ ਸਕਦੀ? ਕੁਝ ਵੀ ਸਜ਼ਾ ਕਿਆ ਮਿਲ ਸਕਦੀ ਹੈ? ਜਿੱਦਾਂ ਅਸੀਂ ਸੋਚੀਏ ਕਿ ਮੈਂ ਆਤਮਾ ਨੂੰ ਫੀਲ ਹੁੰਦਾ, ਅੰਦਰ ਦੁੱਖ ਹੁੰਦਾ ਹੀ। ਜਿਸ ਤਰ੍ਹਾਂ ਕਿਸੇ ਨੂੰ ਕੋਈ ਡੰਡਾ ਲਗਾ ਕੇ ਪਿੱਠ ਤੇ ਡੰਡਾ ਮਾਰਦਾ, ਕੋਈ ਕਿੰਨਾ ਵੀ ਸਹਿਨ ਕਰ ਸਕਦਾ ਹੋਵੇ ਜੀ, ਪਰ ਜਦੋਂ ਕੋਈ ਡੰਡਾ ਮਾਰੇਗਾ, ਲਾਠੀ ਮਾਰੇਗਾ, ਤੇ ਉਹਦਾ ਦਰਦ ਤੇ ਹੋਏਗਾ ਨਾ। ਲੇਕਿਨ ਆਤਮਾ ਤੋਂ ਕੋਈ ਦਰਦ ਨਹੀਂ ਹੁੰਦਾ। ਆਤਮਾ ਨੂੰ ਨਹੀਂ ਹੁੰਦਾ ਤੇ ਬਾਕੀ ਕਿਹਨੂੰ ਹੁੰਦਾ ਜੀ? ਮੁਰਦੇ ਨੂੰ। ਉਹ ਤਾਂ ਸਰੀਰ ਜਬ ਸਰੀਰ 'ਚ ਜਦੋਂ ਆਤਮਾ ਹੈ ਤਾਂ ਹੀ ਤੇ ਉਹਨੂੰ ਫੀਲ ਹੋਏਗਾ ਨਾ। ਆਤਮਾ ਨਹੀਂ ਹੈਗੀ ਆ ਤੇ ਤੁਸੀਂ ਮੁਰਦੇ ਨੂੰ ਕੁਝ ਵੀ ਕਰਦੇ ਰਹੋ। ਤੁਸੀਂ ਕਦੀ ਦੇਖਿਆ ਨਹੀਂ ਹੋਏਗਾ ਸ਼ਾਇਦ, ਅਸੀਂ ਤੇ ਸ਼ਮਸ਼ਾਨ ਘਾਟ 'ਚ ਦੇਖਦੇ ਨਾ, ਉਸ ਵੇਲੇ ਮੁਰਦਾ ਜਲਾਉਂਦੇ ਆ ਜਦੋਂ, ਤੇ ਉਹ ਲੱਕੜੀਆਂ ਉੱਪਰ ਰੱਖ ਰਹੇ ਆ, ਇੱਧਰ ਕਰ ਰਹੇ, ਉਹਦੇ ਮੁਰਦੇ ਨੂੰ ਕੀ ਹੋਣ ਲੱਗਾ? ਉਸ ਵੇਲੇ ਕੁਝ ਨਹੀਂ ਹੁੰਦਾ, ਉਹ ਤਾਂ ਮਿੱਟੀ ਹੈ। ਤੇ ਜਦੋਂ ਆਤਮਾ ਸਰੀਰ 'ਚ ਹੈਗੀ ਹੈ ਤਾਂ ਹੀ ਕਰਮ ਹੈ ਔਰ ਕਰਮ ਦਾ ਫਲ ਹੈ। ਸੁੱਖ ਔਰ ਦੁੱਖ ਆਤਮਾ ਜਦੋਂ ਸਰੀਰ 'ਚ ਹੈ ਤਾਂ ਹੀ ਉਹਦਾ ਮਹਿਸੂਸਤਾ ਆਉਂਦੀ ਹੈ, ਇਹ ਵੈਸੇ ਨਹੀਂ ਆਉਂਦੀ। ਤੇ ਉਹ ਬਾਬਾ ਫਿਰ ਇਹਦੇ ਵਾਸਤੇ ਇਹ ਵੀ ਕਹਿੰਦੇ ਆ ਕਿ ਸਰੀਰ ਛੱਡਣ ਤੋਂ ਬਾਅਦ ਵੀ ਸੂਖਸ਼ਮ ਸਰੀਰ ਹੁੰਦਾ ਹੀ, ਉਹਦੇ ਜ਼ਰੀਏ ਵੀ ਸੁੱਖ ਜਾਂ ਦੁੱਖ ਮਿਲਦਾ ਹੀ। ਪਰ ਬਿਨਾਂ
ਕੀ ਕਹਿੰਦੇ ਇਹਨੂੰ, ਸਰੀਰ ਦੇ ਕੁਛ ਨਹੀਂ ਹੋ ਸਕਦਾ, ਲੇਕਿਨ ਸਰੀਰ 'ਚ ਜਦੋਂ ਆਤਮਾ ਹੋਏਗੀ ਤਾਂ ਹੀ ਉਹ ਸੁੱਖ ਦੁੱਖ ਉਹ ਪਤਾ ਲੱਗੇਗਾ, ਅੱਛਾ ਬੁਰਾ ਸਭ, ਮਿੱਠਾ ਖੱਟਾ ਸਭ। ਜੀ, ਅਗਲਾ ਪ੍ਰਸ਼ਨ ਇੱਦਾਂ ਹੈ, ਜਮਾ ਦਾ ਪਰ ਖਾਤਾ। ਇੱਥੇ ਸਵਾਲ ਇਹ ਹੈ ਕਿ ਤੁਸੀਂ ਇਹ ਜੋ ਕੁਝ ਪੁੱਛ ਰਹੇ ਹੋ, ਜਿਨ੍ਹਾਂ ਨੇ ਵੀ ਪੁੱਛਿਆ ਜੀ ਮੈਂ ਉਹਨਾਂ ਨੂੰ ਇਹ ਸਵਾਲ ਕਰਦਾ ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ? ਦੁੱਖ ਭੋਗਣਾ ਚਾਹੁੰਦੇ ਹੋ, ਅਸ਼ਾਂਤੀ ਲੈਣਾ ਚਾਹੁੰਦੇ ਹੋ, ਜਾਂ ਸੁੱਖ ਲੈਣਾ ਚਾਹੁੰਦੇ ਹੋ, ਸਵਰਗਿਕ ਦੁਨੀਆ ਦੇ ਆਨੰਦ ਲੈਣਾ ਚਾਹੁੰਦੇ ਹੋ? ਉਹਦੇ ਵਾਸਤੇ ਤੁਸੀਂ ਸੋਚੋ ਕਿ ਅਸੀਂ ਇਹੋ ਜਿਹੇ ਕੰਮ ਕਰੀਏ ਕਿ ਸਾਡੇ ਕੋਲੋਂ ਕੋਈ ਭੂਲ ਨਾ ਹੋਏ। ਗੀਤ ਇਹੋ ਜਿਹੇ ਬਣੇ ਹੋਏ ਆ, ਭੂਲ ਕਰ ਵੀ ਕੋਈ ਭੂਲ ਨਾ ਹੋ, ਇਹੋ ਜਿਹੇ ਗੀਤ ਤੇ ਬਣਾ ਦਿੱਤੇ, ਪਰ ਪ੍ਰੈਕਟੀਕਲ ਲਾਈਫ 'ਚ ਕੀ ਹੈਗਾ? ਪ੍ਰੈਕਟੀਕਲ ਲਾਈਫ ਚਾਹੀਦੀ ਹੈ ਜਿਹਦੇ 'ਚ ਤੁਹਾਨੂੰ ਕੁਛ ਵੀ ਜਦੋਂ ਕਰਮ ਕਰਦੇ ਹੋ ਜਾਂ ਜਦੋਂ ਕੋਈ ਗੱਲ ਸੋਚਦੇ ਹੋ ਤੇ ਤੁਹਾਡੇ ਮਨ 'ਚ ਕਸ਼ਮਕਸ਼ ਨਹੀਂ ਹੋਣੀ ਚਾਹੀਦੀ ਹੈ, ਸਟ੍ਰੈਸ ਨਹੀਂ ਹੋਣੀ ਚਾਹੀਦੀ ਹੈ, ਟੈਨਸ਼ਨ ਨਹੀਂ ਹੋਣੀ ਚਾਹੀਦੀ ਹੈ। ਕਿਉਂਕਿ ਟੈਨਸ਼ਨ ਜਾਂ ਸਟ੍ਰੈਸ ਹੁੰਦੀ ਉਦੋਂ ਹੈ ਜਦੋਂ ਜੋ ਤੁਸੀਂ ਸੋਚਦੇ ਹੋ ਉਹ ਰਾਈਟੀਅਸ ਨਹੀਂ ਹੈਗਾ। ਰਾਈਟੀਅਸ ਕਿਹਨੂੰ ਕਿਹਾ ਜਾਂਦਾ ਹੈ? ਜਿਹੜਾ ਵਿਕਾਰਾਂ ਤੋਂ ਰਹਿਤ ਹੋਏ। ਅੱਛਾ, 5 ਵਿਕਾਰ ਜਿਹੜੇ ਜਾਂ ਜੋ ਵੀ ਉਹਦੇ ਬਾਲ ਬੱਚੇ ਹੈ, ਉਹਨਾਂ ਦੇ ਇਨਫਲੂਐਂਸ ਦੇ ਅੰਡਰ ਅਗਰ ਤੁਸੀਂ ਕੁਝ ਗੱਲ ਸੋਚਣਗੇ ਹੋ ਤੇ ਤੁਹਾਨੂੰ ਪਛਤਾਤਾਪ ਹੋਏਗਾ ਜ਼ਰੂਰ, ਪ੍ਰਾਸ਼ਚਿਤ ਕਰਨਗੇ ਉਹ ਫਿਰ। ਤੇ ਪਛਤਾਤਾਪ ਤੋਂ ਬਚ ਜਾਓ ਔਰ ਸਦਾ ਹੀ ਮਨ ਖੁਸ਼ ਰਹੇ, ਅਤੀ ਇੰਦਰੀਏ ਸੁੱਖ ਦਾ ਅਨੁਭਵ ਹੋਏ, ਭਵਿੱਖ ਵੀ ਤੁਹਾਡਾ ਇਤਨਾ ਸੁੰਦਰ ਬਣ ਜਾਏ, ਦੇਵੀ ਦੇਵਤਿਆਂ ਦੇ ਰੂਪ 'ਚ ਜਾ ਕੇ ਜਨਮ ਲਓ। ਉਹਦੇ ਵਾਸਤੇ ਹੈ ਜੋ ਬਾਬਾ ਦਾ ਹੁਕਮ ਹੈ ਕਿ 5 ਵਿਕਾਰਾਂ ਨੂੰ ਪੂਰਨਤਿਆ ਮਨ ਤਾਈਂ ਖਤਮ ਕਰਨਾ। ਲੇਕਿਨ ਜਿਹੜੇ ਘਰ ਪਰਿਵਾਰ 'ਚ ਵਪਾਰ ਕਰਦੇ ਕਿਤੇ ਵੀ ਹੋਣ, ਭਾਵੇਂ ਵਪਾਰ ਕਰਨ ਭਾਵੇਂ ਘਰ-ਬਾਰ ਸੰਭਾਲਣ, ਅਗਰ 5 ਵਿਕਾਰਾਂ 'ਚੋਂ ਕੋਈ ਵੀ ਮਨ 'ਚ ਵਿਕਾਰ ਹੋਏਗਾ ਤੇ ਫਿਰ ਦੁੱਖ ਭੋਗਣਾ ਪਏਗਾ। ਸਿੱਧੀ ਗੱਲ ਹੈ, ਸੱਚਾਈ ਤੇ ਸੱਚਾਈ ਰਹੇਗੀ ਨਾ ਜੀ। ਲੇਕਿਨ ਇੱਕ ਦੂਜੇ ਦੇ ਪੂਰਵਕ ਹੁੰਦੇ ਵੀ ਕੋਈ ਨਾ ਕੋਈ ਸੰਸਕਾਰ ਉਤਪੰਨ ਹੋ ਜਾਂਦਾ, ਉਸ ਸਮੇਂ ਉਹ ਕਿੱਦਾਂ ਅਸੀਂ ਦੂਰ ਉਹ ਕਰੀਏ? ਫਿਰ ਇਹਦੇ ਵਾਸਤੇ ਤੇ ਗਿਆਨ ਹੈ ਨਾ ਸਾਰਾ। ਗਿਆਨ ਦਾ ਮਤਲਬ ਹੀ ਕੀ ਹੈ? ਸਮਝ। ਈਸ਼ਵਰੀ ਗਿਆਨ ਇਤਨਾ ਸੁੰਦਰ, ਮੈਂ ਕਹਿੰਦਾ ਹੀ ਭਗਵਾਨ ਦੀ ਦੇਣ ਹੈ ਇਸ ਵੇਲੇ ਪੁਰਸ਼ੋਤਮ ਸੰਗਮ ਯੁੱਗ 'ਤੇ, ਕਿ ਸਾਨੂੰ ਹਰ ਚੀਜ਼ ਦਾ, ਹਰ ਲਮਹੇ ਦਾ ਆਪਣੇ ਆਪ ਨੂੰ ਗਿਆਨ ਹੋ ਜਾਂਦਾ ਹੈ ਕਿ ਇਹ ਠੀਕ ਅਸੀਂ ਕਰ ਰਹੇ ਹਾਂ ਜਾਂ ਕੋਈ ਗਲਤ ਸੋਚ ਰਹੇ ਹਾਂ, ਗਲਤ ਕਰ ਰਹੇ ਹਾਂ। ਇੱਕ ਫਰੈਕਸ਼ਨ ਆਫ ਸੈਕਿੰਡ ਉਹਦਾ ਪਤਾ ਲੱਗ ਜਾਂਦਾ ਹੈ। ਅਤੇ ਇਸ ਕਰਕੇ ਐਕੂਰੇਸੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਔਰ ਐਕੂਰੇਸੀ ਹੈ ਹੀ ਕਿ ਆਪਣੇ ਹਰ ਸੰਕਲਪ 'ਤੇ ਬੜਾ ਅਟੈਂਸ਼ਨ ਚਾਹੀਦਾ, ਹਰ ਸੰਕਲਪ 'ਤੇ। ਬੋਲ ਔਰ ਕਰਮ ਤੇ ਬਾਅਦ 'ਚ ਹੁੰਦਾ ਹੀ, ਪਰ ਸੰਕਲਪ ਤੇ ਹੀ। ਇਸ ਕਰਕੇ ਬਾਬਾ ਨੇ ਕੀ ਹੁਕਮ ਕੀਤਾ ਹੀ? ਮਨ ਮਨਾ ਭਾਵ, ਮਨ ਮੇਰੇ ਸਾਥ ਲਗਾਓ। ਕਿਉਂਕਿ ਜਦੋਂ ਪਰਮਾਤਮਾ ਪਿਤਾ ਦੇ ਨਾਲ ਤੁਹਾਡਾ ਮਨ ਲੱਗਿਆ ਰਹੇਗਾ ਤੇ ਪਰਮਾਤਮਾ ਤੇ ਹੈ ਹੀ ਪਵਿੱਤਰਤਾ ਦਾ ਸਾਗਰ, ਸ਼ਾਂਤੀ ਦਾ ਸਾਗਰ, ਪ੍ਰੇਮ ਦਾ ਸਾਗਰ, ਆਨੰਦ ਦਾ ਸਾਗਰ, ਸਰਵ ਸ਼ਕਤੀਵਾਨ। ਉਹਨਾਂ ਦੇ ਨਾਲ ਮਨ ਲੱਗਿਆ ਹੋਇਆ, ਮਨ ਉਹਨਾਂ ਦਾ ਸੰਗ ਕਰ ਰਹੇ ਹੋ, ਉਹਨਾਂ ਦੇ ਸੰਗ ਦਾ ਤੁਹਾਨੂੰ ਰੰਗ ਲੱਗੇਗਾ। ਫਿਰ ਤੁਸੀਂ ਕੋਈ ਵੀ ਇਹੋ ਜਿਹੀ ਗੱਲ ਨਹੀਂ ਸੋਚਣਗੇ ਹੋ ਜਿਹੜੇ ਤੁਹਾਡੇ ਯੋਗ ਨਾ ਹੋਵੇ। ਜੀ ਭਾਜੀ, ਅਗਲਾ ਪ੍ਰਸ਼ਨ ਹੈ ਜਮਾ ਦਾ ਖਾਤਾ। ਕਿਤਨੇ ਪ੍ਰਕਾਰ ਤੇ ਅਸੀਂ ਆਪਣਾ ਜਮਾ ਦਾ ਖਾਤਾ ਜਮਾ ਕਰ ਸਕਦੇ? ਕਿਤਨੇ ਪ੍ਰਕਾਰ ਦਾ? ਜਮਾ ਦਾ ਮਤਲਬ ਇਹੀ ਹੋਇਆ ਕਿ ਤੁਸੀਂ ਆਪਣਾ ਵੀ ਕਲਿਆਣ ਕਰੋ
ਹੂੰ ਤੇ ਦੂਸਰਿਆਂ ਦਾ ਵੀ ਕਲਿਆਣ ਕਰੋ, ਉਹਨਾਂ ਦੀ ਜੀਵਨ ਵੀ ਅੱਛੀ ਬਣੇ, ਉਹਨਾਂ ਨੂੰ ਵੀ ਸੱਚੇ ਰਸਤੇ ਤੇ ਚੱਲਣਾ ਸਿਖਾ ਦਿਓ। ਸੱਚਾਈ ਦੇ ਰਸਤੇ ਤੇ ਕਹੋ ਜਾਂ ਈਸ਼ਵਰ ਦੇ ਰਸਤੇ ਤੇ ਕਹੋ ਜਾਂ ਵਾਹਿਗੁਰੂ ਦੇ ਇਸ਼ਾਰੇ ਦੇ ਨਾਲ ਆਪਣੀ ਉਹ ਜਿਹੜੀ ਮੰਜ਼ਿਲ ਆ ਉਸ ਤਰਫ ਜਾਣ। ਇਸ ਕਰਕੇ ਬੜਾ ਧਿਆਨ ਰੱਖਣ ਦੀ ਗੱਲ ਹੈ ਕਿ ਅਸੀਂ ਜੋ ਸ੍ਰੇਸ਼ਟ ਕਰਮ ਕਰਾਂਗੇ ਤੇ ਸਾਡਾ ਜਮ੍ਹਾਂ ਦਾ ਖਾਤਾ, ਔਰ ਅਗਰ ਕੋਈ ਆਰਡੀਨਰੀ ਕਰਮ ਕੀਤਾ ਤੇ ਨਾ ਜਮ੍ਹਾਂ ਹੁੰਦਾ ਹੀ ਤੇ ਨਾ ਕੋਈ ਨੁਕਸਾਨ ਹੁੰਦਾ ਹੀ। ਔਰ ਅਗਰ ਪੰਜ ਵਿਕਾਰਾਂ ਤੋਂ ਉਹਨਾਂ ਦੇ ਵਸ਼ ਹੋ ਕਰਕੇ ਕੋਈ ਕਰਮ ਕੀਤਾ ਤੇ ਫਿਰ ਤੇ ਤੁਸੀਂ ਜਾਣਦੇ ਹੋ ਉਹਦਾ ਤੇ ਨੈਗੇਟਿਵ ਹੀ ਬਣਦਾ ਹੀ। ਤੇ ਦੁਆएं ਦਾ ਖਾਤਾ ਔਰ ਜਿਹੜਾ ਪੁੰਨਿਆ ਦਾ ਜਮਾ ਖਾਤਾ, ਇਹ ਦੋਨਾਂ 'ਚ ਅਲੱਗ-ਅਲੱਗ ਹੈ ਜਾਂ ਅੰਤਰ ਹੈ ਇਹ 'ਚ? ਜਦੋਂ ਤੁਸੀਂ ਪੁੰਨ ਦਾ ਕੰਮ ਕਰਨਗੇ ਹੋ ਜੀ ਤੇ ਕਿਸੇ ਨੂੰ ਉਹਦਾ ਉਹ ਕੀ ਕਹਿੰਦੇ ਆ, ਜ਼ਰੂਰਤ ਦੇ ਸਮੇਂ ਉਹਨਾਂ ਨੂੰ ਸਹਿਯੋਗ ਮਿਲਦਾ ਹੀ ਤੁਹਾਡਾ, ਤੇ ਉਸ ਵੇਲੇ ਉਹਨਾਂ ਦੇ ਦਿਲ 'ਚੋਂ ਕੀ ਮਿਲੇਗਾ? ਦੁਆ ਮਿਲੇਗੀ। ਤੇ ਤੁਸੀਂ ਪੁੰਨ ਦਾ ਕੰਮ ਕੀਤਾ ਔਰ ਤੁਹਾਨੂੰ ਉਹਦੇ ਰਿਟਰਨ 'ਚ ਦੁਆ ਮਿਲੀ। ਤੇ ਪੁੰਨ ਕਰਮ ਕਰਕੇ ਸਾਨੂੰ ਦੁਆ ਮਿਲ ਸਕਦੀ ਹੈ, ਅਸੀਂ ਆਪਣੇ ਮਨ 'ਚ ਵੀ ਕਿਹਨੂੰ ਅਸੀਂ ਦੁਆਏ ਦੇ ਸਕਦੇ ਹਾਂ? ਉਹ ਤਾਂ ਫਿਰ ਸ਼ੇਖ ਚਿੱਲੀ ਵਾਲੇ ਕਿਲੇ ਹੀ ਬਣਨਗੇ। ਕੰਮ ਪ੍ਰੈਕਟੀਕਲ ਹੋਣਾ ਚਾਹੀਦਾ ਨਾ। ਜੀ ਜੀ। ਐਵੇਂ ਨਹੀਂ। ਤਾਂ ਸਾਡਾ ਖਾਤਾ ਜਿੱਦਾਂ ਜਮਾ ਹੋਇਆ ਉਹਦੀ ਪਰਖ ਕੀ ਹੋਣੀ ਫਿਰ? ਉਹ ਤਾਂ ਤੁਹਾਨੂੰ ਖੁਦ ਪਤਾ ਲੱਗਦਾ ਹੀ ਨਾ। ਫਿਰ ਵੀ ਕਿੱਦਾਂ ਪਤਾ ਲੱਗਣਾ? ਸਾਰਾ ਪਤਾ ਲੱਗਦਾ ਹੀ। ਤੁਸੀਂ ਆਪਣੇ ਬੈਂਕ 'ਚ ਜਦੋਂ ਜਮ੍ਹਾਂ ਕਰਦੇ ਹੋ ਤੇ ਸਿਰਫ ਬੈਂਕ ਦੇ ਵਿੱਚ ਜਿੰਨਾ ਜਮ੍ਹਾਂ ਕੀਤਾ ਉਹਨੂੰ ਹੀ ਨਹੀਂ ਦੇਖਦੇ, ਫਿਰ ਦੇਖਦੇ ਹੋ ਇਹਦੇ 'ਤੇ ਕਿੰਨਾ ਵਿਆਜ ਮਿਲਿਆ, ਉਹ ਇਹਦੇ 'ਚ ਜੁੜਿਆ ਜਾਂ ਨਹੀਂ ਜੁੜਿਆ, ਸਾਰਾ ਦੇਖਦੇ ਹੋ। ਜੀ। ਕਿਆ ਅਸੀਂ ਯੋਗ ਦੀ, ਜਿੱਦਾਂ ਅਸੀਂ ਯੋਗ ਕਰਦੇ, ਯੋਗ 'ਚ ਵੀ ਅਸੀਂ ਕਿਆ ਇਹ ਖਾਤਾ ਜਮ੍ਹਾਂ ਕਰ ਸਕਦੇ? ਯੋਗ ਦੀ ਸਥਿਤੀ ਕੀ? ਯੋਗ ਦੀ ਸਥਿਤੀ ਇਹ ਹੈ ਕਿ ਇੱਕ ਤੇ ਜਦੋਂ ਯੋਗ ਮਾਨਾ ਪਰਮਾਤਮਾ ਦੀ ਯਾਦ ਜੀ, ਤੇ ਯਾਦ 'ਚ ਇੱਕ ਹੈ ਕਿ ਜਦੋਂ ਤੁਸੀਂ ਬੜੇ ਪਿਆਰ ਨਾਲ ਔਰ ਐਕੂਰੇਟਲੀ ਬਾਬਾ ਨੂੰ ਯਾਦ ਕਰਦੇ ਹੋ, ਪਰਮਾਤਮਾ ਨੂੰ ਯਾਦ ਕਰਦੇ ਹੋ, ਸ਼ਿਵ ਬਾਬਾ ਨੂੰ, ਤੇ ਉਸ ਯਾਦ ਦੇ ਫਲਸਵਰੂਪ ਤੁਹਾਡਾ ਜਿਹੜਾ ਪਹਿਲੇ ਦਾ ਕੋਈ ਪੁਰਾਣਾ ਰਹਾ ਸਹਾ ਕੋਈ ਹਿਸਾਬ ਕਿਤਾਬ ਹੋਏ ਕਰਮਾਂ ਦਾ, ਉਹ ਖਤਮ ਹੋ ਜਾਂਦਾ। ਇੱਕ ਗੱਲ ਜੀ। ਦੂਸਰਾ ਹੈ ਕਿ ਵਰਤਮਾਨ 'ਚ ਤੁਹਾਡੇ ਮਨ ਨੂੰ ਬੜੀ ਸ਼ਾਂਤੀ ਮਿਲੇਗੀ। ਅੱਜ ਦੀ ਦੁਨੀਆ 'ਚ ਸਾਰੇ ਦੁਨੀਆ ਦੇ ਲੋਕ ਸ਼ਾਂਤੀ ਢੂੰਡਦੇ ਰਹਿੰਦੇ, ਤੇ ਉਹ ਜਦੋਂ ਤੁਸੀਂ ਮੈਡੀਟੇਸ਼ਨ 'ਚ ਪਰਮਾਤਮਾ ਨਾਲ ਮਨ ਲਗਾਉਂਦੇ ਹੋ ਤੇ ਉਹਦੇ 'ਚ ਸਭ ਤੋਂ ਪਹਿਲਾ ਅਨੁਭਵ ਹੀ ਹੁੰਦਾ ਹੀ ਕਿ ਮਨ ਆਪਣੇ ਸ਼ਾਂਤ ਸਰੂਪ 'ਚ ਸਥਿਤ ਹੋ ਜਾਂਦਾ ਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਔਰ ਫਿਰ ਇਸ ਦੇ ਨਾਲ ਹੈ ਕਿ ਜਿਤਨਾ ਅਸੀਂ ਯਾਦ 'ਚ ਰਹਿੰਦੇ, ਸਾਨੂੰ ਉਤਨੀ ਉਹ ਈਸ਼ਵਰੀ ਤਾਕਤ ਮਿਲਦੀ ਹੈ, ਸਦਬੁੱਧੀ ਮਿਲਦੀ ਹੈ, ਔਰ ਸਦਬੁੱਧੀ ਦੇ ਕਾਰਨ ਅਸੀਂ ਸ੍ਰੇਸ਼ਟ ਕਰਮ ਵੀ ਕਰਦੇ ਹਾਂ, ਦੂਸਰਿਆਂ ਦਾ ਭਲਾ ਵੀ ਸੋਚਦੇ ਹਾਂ, ਉਹਨਾਂ ਨੂੰ ਆਪਣੇ ਵਾਈਬ੍ਰੇਸ਼ਨ ਅੱਛੇ ਭੇਜਦੇ ਹਾਂ। ਤੇ ਜਦੋਂ ਅਸੀਂ ਦੂਸਰਿਆਂ ਦੇ ਵਾਸਤੇ ਅੱਛੇ ਵਾਈਬ੍ਰੇਸ਼ਨ ਭੇਜਾਂਗੇ ਤਾਂ ਉਹਦਾ ਰਿਟਰਨ ਕੀ ਹੋਏਗਾ? ਉਹਦਾ ਸਾਨੂੰ ਵੀ ਤਾਂ ਲਾਭ ਮਿਲੇਗਾ। ਜੀ ਜੀ ਜੀ। ਤੇ ਇਸ ਤਰ੍ਹਾਂ ਕਰਮ ਦਾ ਬੀਜ ਦਾ ਫਿਰ ਫਲ, ਫਿਰ ਕਰਮ। ਇਹ ਇਸ ਯੋਗ ਤਰ੍ਹਾਂ ਦੇ ਦੁਆਰਾ ਸਾਨੂੰ ਸਫਲਤਾ ਵੀ ਮਿਲ ਸਕਦੀ? ਮਿਲ ਸਕਦਾ ਹੀ, ਕਿਉਂ ਨਹੀਂ ਮਿਲਦਾ? ਇਮੀਡੀਏਟ ਮਿਲਦਾ ਹੀ, ਤੁਰੰਤ।
ਅਗਰ ਠੀਕ ਤਰ੍ਹਾਂ ਯੋਗ ਕਰੋ ਬਸ। ਕੋਈ ਬੋਲਦੇ ਕਿ ਜਿੱਦਾਂ ਲੋਕੀ ਬੋਲਦੇ ਕਿ ਅਸੀਂ 11 ਦਿਨ ਯੋਗ ਕੀਤਾ ਜਾਂ 21 ਦਿਨ ਯੋਗ ਕੀਤਾ, ਕਿਆ ਇੱਕ ਹੀ ਸਥਾਨ 'ਚ ਬੈਠ ਕੇ ਇੱਕ ਨਹੀਂ ਹੀ ਇਸ ਤਰ੍ਹਾਂ ਸੰਕਲਪ? ਨਹੀਂ ਹੈ, 21 ਦਿਨ ਇੱਕ ਸਥਾਨ ਤੇ ਥੋੜਾ ਬੈਠਣਾ ਜੀ ਹੁੰਦਾ। ਉਹੀ। ਇਹ ਨਹੀਂ ਹੈਗਾ, ਲੇਕਿਨ 21 ਦਿਨ ਜਾਂ ਇਹ 11 ਦਿਨ ਅਟੈਂਸ਼ਨ ਰਹਿੰਦਾ ਹੀ ਬਈ ਅਸੀਂ ਬੱਠੀ 'ਚ ਹੈਗੇ ਆ। ਤੇ ਉਸ ਵੇਲੇ ਤੁਹਾਡਾ ਹੋਰ ਵਿਚਾਰਾਂ 'ਚ ਨਹੀਂ ਜਾਏਗਾ, ਗਿਆਨ ਦੇ ਬਾਰੇ 'ਚ ਸੋਚਣਗੇ ਉਹ, ਯੋਗ ਦੇ ਬਾਰੇ 'ਚ ਸੋਚਣਗੇ ਉਹ, ਯਾਦ ਕਿਸ ਤਰ੍ਹਾਂ ਕਰਨੀ ਹੈ, ਯਾਦ 'ਚ ਆਪਣੀ ਭਿੰਨ ਜਿਹੜੀ ਅਵਸਥਾ ਆਉਂਦੀ ਹੈ ਉਹਦਾ ਅਨੁਭਵ ਕਿਸ ਤਰ੍ਹਾਂ ਕਰਨਾ ਹੈ, ਉਹਦੇ 'ਤੇ ਤੁਹਾਡਾ ਮਨ ਲੱਗਿਆ ਰਹੇਗਾ। ਜੀ। ਔਰ ਉਹ ਜਦੋਂ ਤੁਸੀਂ ਲਗਾਤਾਰ ਇੱਕ ਹਫ਼ਤਾ ਜਾਂ 10 ਦਿਨ 11 ਦਿਨ ਜਾਂ 21 ਦਿਨ ਉਹ ਲਕਸ਼ ਰੱਖ ਕਰਕੇ ਕਰਨਗੇ ਉਹ, ਤੇ ਉਹਦਾ ਫਲ ਤੇ ਮਿਲੇਗਾ ਨਾ। ਉਹ ਤਾਂ ਫਿਰ ਆਤਮਾ ਤੇ ਇੱਕਦਮ ਉਜਵਲ ਬਣ ਜਾਏਗੀ। ਜੀ ਭਾਜੀ, ਪਿਛਲੇ 2-3 ਦਿਨ ਦੀ ਮੁਰਲੀ 'ਚ ਬਾਬੇ ਇੱਕ ਗੱਲ ਬੋਲੀ ਤੀ ਕਿ ਜਿੱਦਾਂ ਪ੍ਰਿੰਸ ਹੁੰਦਾ ਕ੍ਰਿਸ਼ਨ, ਉਹਦੇ ਸਰ 'ਤੇ ਜਿਹੜਾ ਤਾਜ ਹੁੰਦਾ ਉਹ 'ਚ ਮੋਰ ਪੰਖ ਲੱਗਦਾ, ਉਹ ਸਿਰਫ ਦੱਸਣੇ ਵਾਸਤੇ ਹੈ, ਉੱਦਾਂ ਕੋਈ ਮੋਰ ਪੰਖ ਨਹੀਂ ਹੁੰਦਾ। ਤਾਂ ਕਿਆ ਮੋਰ ਪੰਖ ਦੀ ਕੋਈ ਵੈਲਿਊ ਨਹੀਂ ਹੈ? ਨਹੀਂ, ਮੋਰ ਪੰਖ ਬਾਬਾ ਨੇ ਜੋ ਕਿਹਾ ਨਾ, ਥੋੜਾ ਗਹਿਰਾਈ ਨਾਲ ਦੇਖਣਾ ਚਾਹੀਦਾ ਜੀ। ਕਿ ਸਤਯੁਗ ਦਾ ਪ੍ਰਿੰਸ ਔਰ ਉਹਦੇ 'ਚ ਉਹਦੇ ਤਾਜ 'ਚ ਮੋਰ ਪੰਖ ਲੱਗੇ, ਜੀ। ਉਹ ਕਿਸ ਤਰ੍ਹਾਂ ਲੱਗੇਗਾ? ਮੋਰ ਦਾ ਪੰਖ ਲੈਣ ਵਾਸਤੇ ਉਹ ਮੋਰ ਨੂੰ ਤਕਲੀਫ ਤੇ ਨਹੀਂ ਤਕਲੀਫ ਨਹੀਂ ਦੇਣਗੇ, ਦੇਣ ਪੈਣੀ, ਤੇ ਉਹ ਲੈ ਨਹੀਂ ਸਕਦੇ। ਔਰ ਮੋਰ ਦੇ ਪੰਖ ਜਿਹੜੇ ਜਦੋਂ ਸ਼ੈੱਡ ਕਰਦੇ ਛੱਡਦੇ ਨੇ ਨੀਚੇ ਜਿਹੜੇ ਜਾਂਦੇ, ਤੇ ਉਹ ਨੀਚੇ ਗਿਰਿਆ ਹੋਇਆ ਜਿਹੜਾ ਉਹਦੀ ਕੋਈ ਵੈਲਿਊ ਨਹੀਂ ਹੈ। ਇਸ ਕਰਕੇ ਬਾਬਾ ਨੇ ਜੋ ਸਮਝਾਇਆ ਉਹਦਾ ਭਾਵ ਇਹ ਹੈ ਕਿ ਲੋਕਾਂ ਦੀ ਇੱਕ ਧਾਰਨਾ ਕਹੋ, ਉਹਨਾਂ ਦੀ ਮਾਨਤਾ ਕਹੋ ਕਿ ਬਈ ਮੋਰ ਪੰਖ ਜਿਹੜਾ ਹੀ ਇਹ ਪਵਿੱਤਰਤਾ ਦੀ ਨਿਸ਼ਾਨੀ ਹੈ। ਇਸ ਕਰਕੇ ਉਹ ਪੰਖ ਲਗਾ ਦਿੰਦੇ ਆ, ਬਾਕੀ ਹੋਰ ਕੁਝ और ਨਹੀਂ। कुछ नहीं। ਇਟ ਇਜ਼ ਸਿੰਬੋਲਿਕ। ਜੀ ਜੀ। ਭਗਵਾਨ ਨੂੰ ਵਾਚ ਬਾਬਾ ਬੋਲਦੇ, ਇੱਕ ਨਿਰਾਕਾਰ ਪਰਮ ਪਿਤਾ ਪਰਮਾਤਮਾ ਦੀ ਯਾਦ ਤੇ ਹੀ ਵਿਕਰਮ ਵਿਨਾਸ਼ ਹੋਣੇ। ਤੇ ਕਿ ਪਰਮਾਤਮਾ ਨੂੰ ਇਹ ਪ੍ਰਸ਼ਨ ਹੈ ਇੱਕ, ਮਤਲਬ ਕਿੱਦਾਂ ਯਾਦ ਕਰੀਏ, ਕਹਾਂ ਯਾਦ ਕਰੀਏ, ਜਾਂ ਫਿਰ ਕਿਸ ਰੂਪ 'ਚ ਯਾਦ ਕਰੀਏ? ਇਹ ਸਾਨੂੰ ਪਤਾ ਹੈ ਕਿ ਬਿੰਦੂ ਜੋਤੀ ਸਹਿਜ ਜਿਹੀ ਗੱਲ ਹੈ ਕਿ ਤੁਸੀਂ ਆਪਣੇ ਆਪ ਨੂੰ ਪਹਿਲੇ ਤੇ ਸਰੀਰ 'ਚ ਵਿਰਾਜਮਾਨ ਆਤਮਾ ਨਿਸ਼ਚੈ ਕਰੋ। ਠੀਕ ਹੈ। ਔਰ ਜਦੋਂ ਸਰੀਰ 'ਚ ਨਹੀਂ ਸੀ ਤੇ ਆਤਮਾ ਕਿੱਥੇ ਸੀ? ਪਰਮਧਾਮ 'ਚ ਸੀ। ਜੀ। ਪਰਮਧਾਮ 'ਚ ਆਪਣੇ ਨਿਜ ਸਰੂਪ 'ਚ ਸੀ। ਔਰ ਪਰਮਧਾਮ ਨੂੰ ਕਿਹਾ ਜਾਂਦਾ ਆਪਣਾ ਨਿਜ ਧਾਮ ਹੈ ਉਹ। ਨਿਜ ਧਾਮ। ਔਰ ਨਿਜ ਇਸ ਕਰਕੇ ਕਹਿੰਦੇ ਆ ਕਿ ਉਹ ਸਾਡੇ ਪਰਮ ਪਿਤਾ ਦਾ ਵੀ ਉਹੀ ਧਾਮ ਹੈ ਉਹ, ਪਰਮ ਧਾਮ। ਪਰਮ ਇਸ ਕਰਕੇ ਕਹਿੰਦੇ ਕਿ ਪਰਮਾਤਮਾ ਹਾਈਐਸਟ ਜਿਹੜਾ ਹੀ ਉਹਨਾਂ ਦਾ ਜੋ ਨਿਵਾਸ ਸਥਾਨ ਜਹਾਂ, ਉਹਨੂੰ ਪਰਮ ਧਾਮ ਕਿਹਾ ਹੈ। ਔਰ ਅਸੀਂ ਸਭ ਬੱਚੇ ਵੀ ਉਹਨਾਂ ਦੇ ਨਾਲ ਆਪਣੇ ਓਰੀਜਨਲ ਆਤਮ ਸਰੂਪ 'ਚ ਸਟਾਰ ਲਾਈਕ ਉਹਨਾਂ ਦੇ ਨਾਲ ਵਿਰਾਜਮਾਨ ਸੀ। ਉੱਥੇ ਕੋਈ ਸੀਟਾਂ ਤੇ ਹੈ ਨਹੀਂ, ਲੇਕਿਨ ਜਿਸ ਤਰ੍ਹਾਂ ਦੇ ਸਾਡੇ ਸੰਸਕਾਰ ਜਿਤਨੀ ਉਚਾਈ 'ਚ ਹੋਣਗੇ, ਉਤਨਾ ਪਰਮਾਤਮਾ ਦੇ ਸਮੀਪਤਾ ਦਾ ਸਥਾਨ ਸਾਡਾ ਰਹੇਗਾ। ਇਹ ਬੜੀ ਮਹੀਨਤਾ ਦੀ ਗੱਲ ਹੈ। ਜੀ ਬਿਲਕੁਲ। ਤਾਂ ਪਰਮਾਤਮਾ ਦੀ ਯਾਦ ਦਾ ਸਾਡੇ ਉੱਪਰ ਪ੍ਰਭਾਵ ਪਿਆ ਕਰਦਾ, ਉਹ ਕਿੱਦਾਂ? ਕਿਆ ਉਹ ਜਿੱਦਾਂ ਇੱਕ ਟੀਵੀ 'ਚ ਵਿਜ਼ੂਲਾਈਜ਼ ਦੱਸਦੇ ਕਿ ਉਹ ਲਾਈਟ ਪਿਆ ਕਰਦੀ, ਛੋਟੀ ਛੋਟੀ ਕਿਰਨਾਂ ਪਿਆ ਕਰਦੀ? ਉਹ ਤਾਂ ਫਿਰ ਤੁਹਾਨੂੰ ਐਜੂਕੇਸ਼ਨ ਦੇ ਅੱਜ ਕੱਲ੍ਹ ਕਈ ਤਰੀਕੇ ਹੈਗੇ ਨਾ, ਆਡੀਓ ਵਿਜ਼ੂਅਲ ਕਈ ਚੀਜ਼ਾਂ ਦਿਖਾਉਂਦੇ ਨੇ।
ਲੇਕਿਨ ਬੜੀ ਸਿੰਪਲ ਜੀ ਗੱਲ ਹੈ। ਜੀ ਤੁਸੀਂ ਸਰਦੀ 'ਚ ਥੋੜ੍ਹਾ ਠੰਡ 'ਚ ਕਿਤੇ ਬੈਠ ਕੇ ਦੇਖੋ, ਜੀ ਜੇ ਧੁੱਪ ਨਹੀਂ ਹੈਗੀ ਹੈ ਤੇ ਤੁਹਾਨੂੰ ਠੰਡ ਥੋੜ੍ਹੇ ਟਾਈਮ ਤੋਂ ਬਾਅਦ, ਪਹਿਲੇ ਨਹੀਂ ਲੱਗੇਗੀ, ਥੋੜ੍ਹੇ ਟਾਈਮ ਤੋਂ ਬਾਅਦ ਠੰਡ ਲੱਗੇਗੀ। ਜੀ ਜੇ ਧੁੱਪ ਨਿਕਲ ਆਏ ਤੇ ਫਿਰ ਧੀਰੇ ਧੀਰੇ ਧੁੱਪ ਦਾ ਅਸਰ ਹੁੰਦਾ ਹੀ ਤੇ ਉਹ ਠੰਡ ਘਟ ਜਾਂਦੀ ਹੈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਪਰਮ ਧਾਮ 'ਚ ਆਪਣੇ ਆਪ ਨੂੰ ਵਿਰਾਜਮਾਨ ਕਰਦੇ ਹਾਂ ਆਪਣੇ ਸੰਕਲਪ ਸ਼ਕਤੀ ਨਾਲ, ਤੇ ਫਿਰ ਪਰਮ ਧਾਮ ਦਾ ਜੋ ਐਟਮੋਸਫੀਅਰ ਹੈ ਉਹਦਾ ਅਸਰ ਸਾਡੇ ਉੱਪਰ ਹੁੰਦਾ। ਔਰ ਐਟਮੋਸਫੀਅਰ ਉੱਥੋਂ ਦਾ ਕਿਹੜਾ ਹੀ, ਪਰਮਾਤਮਾ ਜਿੱਥੇ ਰਹਿਣਗੇ ਉਹਨਾਂ ਦਾ ਐਟਮੋਸਫੀਅਰ ਤੋਂ ਸਭ ਤੋਂ ਸ੍ਰੇਸ਼ਟ ਹੋਏਗਾ। ਇਸ ਕਰਕੇ ਪਰਮ ਧਾਮ ਦੀ ਕੌਨਸ਼ੀਅਸਨੈਸ 'ਚ ਜਦੋਂ ਤੁਸੀਂ ਆਪਣੇ ਮਨ ਨੂੰ ਲੈ ਜਾਂਦੇ ਹੋ, ਯੂ ਫੀਲ ਵੈਰੀ ਕੰਫਰਟੇਬਲ, ਕਿਉਂਕਿ ਉਹ ਤੁਹਾਡਾ ਆਪਣਾ ਸਵੀਟ ਹੋਮ ਆਫ ਸਾਇਲੈਂਸ। ਉੱਥੇ ਕੋਈ ਆਵਾਜ਼ ਵੀ ਨਹੀਂ ਹੈ, ਕੋਈ ਵਾਈਬ੍ਰੇਸ਼ਨ ਇੱਧਰ ਉੱਧਰ ਦੇ ਨਹੀਂ ਹੈਗੇ ਹੈ। ਆਤਮਾ ਆਪਣੇ ਨਿਜ ਸਰੂਪ 'ਚ ਸਥਿਤ ਹੈ, ਪਰਮਾਤਮਾ ਪਿਤਾ ਦੇ ਨੇੜੇ ਸਥਿਤ ਹੈ। ਅਤੇ ਇਸ ਕਰਕੇ ਉੱਥੋਂ ਦਾ ਜਿਹੜਾ ਅਨੁਭਵ ਹੈ ਉਹ ਡੀਪ ਸਾਇਲੈਂਸ ਦਾ ਹੈ, ਅਸੀਮ ਸ਼ਾਂਤੀ ਦਾ ਹੈ। ਔਰ ਉਹ ਅਸੀਮ ਸ਼ਾਂਤੀ ਵਾਸਤੇ ਸਭ ਯੋਗੀ, ਸਭ ਤਪਸਵੀ ਬੜਾ ਪੁਰਸ਼ਾਰਥ ਕਰਦੇ ਨੇ। ਤੁਸੀਂ ਤਾਂ ਬੜੇ ਲੱਕੀ ਹੋ ਕਿ ਤੁਹਾਨੂੰ ਸਹਿਜ ਪਤਾ ਲੱਗ ਗਿਆ ਕੀ ਕਰਨਾ, ਕਿਸ ਤਰ੍ਹਾਂ ਕਰਨਾ। ਜੀ ਕਿਉਂਕਿ ਸਾਡੇ ਵਰਗ ਅਨੁਭਵੀ ਆਤਮਾ ਬੈਠੀ ਨਾ। ਨਹੀਂ, ਅਨੁਭਵੀ ਆਤਮਾ ਨਹੀਂ, ਪਰਮਾਤਮਾ ਪਿਤਾ ਨਿਮਿਤ ਤੁਸੀਂ ਬਣੇ ਭਾਈ ਸਾਹਿਬ। ਦੀ ਜਿਹੜੀ ਗੱਲ ਸੀ ਮੁਰਲੀ 'ਚ ਉਹ ਤੁਸੀਂ ਭੁੱਲ ਗਏ। ਨਿਮਿਤ ਕੋਈ ਵੀ ਬਣੇ, ਲੇਕਿਨ ਤੁਹਾਡਾ ਕਨੈਕਸ਼ਨ ਪਰਮਾਤਮਾ ਨਾਲ, ਉਸ ਪਿਤਾ ਪਰਮਾਤਮਾ ਨਾਲ। ਜੀ ਭਾਈ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਯੋਗ ਦੀ ਵਿਧੀ ਔਰ ਸਥਿਤੀ ਅਤੇ ਨਾਲੇ ਕਿੱਦਾਂ ਪਰਮਾਤਮਾ ਨੂੰ ਯਾਦ ਕਰਨਾ ਔਰ ਕਿੱਦਾਂ ਸਾਡੇ ਉੱਪਰ ਉਹਦਾ ਪ੍ਰਭਾਵ ਪੈਂਦਾ ਉਹ ਵੀ ਤੁਸੀਂ ਸਾਨੂੰ ਦੱਸਿਆ। ਅਤੇ ਅਗਲੀ ਕੜੀ 'ਚ ਪੂਰੀ ਕੋਸ਼ਿਸ਼ ਕਰੂੰਗੇ ਕਿ ਯੋਗ ਕਿੱਦਾਂ ਲਗਾਉਂਦੇ, ਮਤਲਬ 5 ਮਿੰਟ ਅਸੀਂ ਤੁਹਾਡੇ ਮੁਖ ਤੋਂ ਇਹ ਸੁਣਨਾ ਕਿ ਯੋਗ ਸ਼ਬਦੋਂ ਤੋਂ ਕਿੱਦਾਂ ਅਸੀਂ ਪਰਮਾਤਮਾ ਨੂੰ ਯਾਦ ਕਰੀਏ। ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਕਰਤਾ ਪੁਰਖ 'ਚ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਓਮ ਸ਼ਾਂਤੀ। ਓਮ ਸ਼ਾਂਤੀ। ਓਮ ਸ਼ਾਂਤੀ।